दर्शन को लोचे सब कोई, पूरे भाग प्राप्त होई। दर्शन देख जीवा गुर तेरा, पूर्ण कर्म होए प्रभ मेरा। यह बिनती सुन प्रभ मेरे, देह नाम कर अपने चेरे। अपनी शरण राग प्रभ दाते, गुर प्रसाद किन बिरले जाते। सुनो बिनो प्रभ मेरे मीता, चरण कमल बसा मेरे चीता। नानक एक कर अरदास, विस नहीं पूर्ण गुणतास। लेख विच ला लो जन्म तुम्हारे लेखे, विच ला लो जी तुम्हारे लेखे। लेखे लालो जन्म तुम्हारे लेखे। लेख विच लालो जी जन्म तुम्हारे लेखे। जन्म तुम्हारे जन्म तुम्हारे जन्म तुम्हारे लेखे। जन्म तुम्हारे लेखे। तुम्हारे जन्म तुम्हारे जन्म तुम्हारे लेखे। जन्म तुम्हारे लेखे। लालो जी जन्म तुम्हारे लेके। लालो जी जन्म तुम्हारे लेखे। हम सर दीन दयाल न तुम सर।
अब प्यार क्या कीजै, बचनी तोर मोर मन मानै। जन को पूरन दीजै, हो बल बल जान मैया कारने। कारण कवन अबोल रहाओ, बहुत जन्म बिछरे थे मादो। यो जन्म तुम्हारे लेखे, कह रविदास आस लग जीवो। चिर हो गया दर्शन देखे नू, हो गया दर्शन देखे नू। चिर हो गया दर्शन देखे नू, हो गया दर्शन देखे नू। चिर हो गया दर्शन। मैं आत्म कर कर जीवा, हो गया दर्शन, हो गया दर्शन देखे नू। आत्मा कर कर जीवा, हो गया दर्शन, हो गया दर्शन देखे नू। बहुत जन्म बिछरे थे मातो, यो जन्म तुम्हारे लेखे। कह रविदास आस लग जीवो, चिर पयो दर्शन देखे। मैं करदा आसा जी, कदों गल लावोगे। आसा करता सी, कदों गल लावोगे। आसा करता सी, कदों गल लावोगे। आसा करता सी, कदों गल लावोगे। करता आसा करता, आसा करता, आसा करता, आसा करता, आसा करता, आसा करता। कदों गल लावोगे। आसा करता सी, कदों गल लावोगे।
ਸਤਿਕਾਰ ਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੱਚੀ ਤੇ ਨਿੱਘੀ ਗੋਦਾਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ। ਇਹ ਮਨੁੱਖਾ ਜਨਮ ਇੱਕੋ ਵਾਰੀ ਮਿਲਦਾ, ਪਤਾ ਨਹੀਂ ਕਦੋਂ ਮਿਲੇ ਕਦੋਂ ਨਾ ਮਿਲੇ। 84 ਲੱਖ ਜੂਨੀਆਂ ਦਾ ਚੱਕਰ। We live in this earth, ਇਸ ਸੰਸਾਰ ਦੇ ਉੱਤੇ on this earth ਵੱਧ ਤੋਂ ਵੱਧ ਕੋਈ ਜੀ ਲੇਗਾ 100 ਸਾਲ ਜੀ ਲੇਗਾ। ਇੱਕ ਵਾਰੀ ਕਹਿ ਦੇ ਬੈ 100 ਸਾਲ ਦੀ ਝੂਠੀ ਐਸ਼ੋ ਇਸ਼ਰਤ ਬਦਲੇ। ਖਾਓ ਪੀਓ ਕਰੋ ਨੰਦ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਅੱਗਾ ਕਿਨੇ ਵੇਖਿਆ? ਇਹ ਮਨਮੁਖਤਾਈ ਤੇ ਬੇਮੁਖਤਾਈ ਦੀਆਂ ਗੱਲਾਂ ਹਨ। ਇੱਕ 100 ਸਾਲ ਦੀ ਜ਼ਿੰਦਗੀ ਦੇ ਬਦਲੇ ਵੈਸੇ ਤਾਂ ਸਾਡੇ 'ਚ 100 ਸਾਲ ਕੋਈ ਬਿਰਲਾ ਹੀ ਭੋਗ ਕੇ ਜਾਏਗਾ, ਭੁਗਤ ਕੇ ਜਾਏਗਾ। ਸਾਧ ਸੰਗਤ ਜੀ, ਆਫਟਰ ਦਾ ਡੈਥ ਆਫ ਲਾਈਫ, ਇਨਸਾਨੀ ਜ਼ਿੰਦਗੀ ਤੋਂ ਬਾਅਦ ਬੰਦੇ ਦਾ ਕੀ ਅਸਰ ਹੋਏਗਾ, ਕਦੇ ਕਿਸੇ ਨੇ ਸੋਚਿਆ ਹੀ ਨਹੀਂ। ਇੱਕ ਵਾਰੀ ਕਹਿ ਦਿਓ ਵੈਰੂ। ਪਾਤਸ਼ਾਹ ਫਰਮਾਉਂਦੇ ਨੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਸਾਧ ਸੰਗਤ ਜੀ, 84 ਲੱਖ ਜੂਨੀਆਂ ਦਾ ਇੱਕ ਚੱਕਰ, ਇੱਕ ਰਾਊਂਡ, ਇੱਕ ਸਰਕਲ, ਇਹ 70 ਕਰੋੜ ਸਾਲਾਂ ਦਾ ਮੰਨਿਆ। ਇੱਕ ਵਾਰੀ ਕਹਿ ਦਿਓ ਵੈਰੂ। 70 ਕਰੋੜ ਸਾਲਾਂ ਦਾ ਇਹ ਇੱਕ ਚੱਕਰ ਮੰਨਿਆ 84 ਲੱਖ ਜੂਨੀਆਂ ਦਾ। ਜਿਹੜੇ ਜਿੰਨੀਆਂ ਵੀ 84 ਲੱਖ ਜੂਨੀਆਂ ਨੇ, ਇਹਨਾਂ ਦੀ ਉਮਰ ਜੇ ਅਸੀਂ ਇਕੱਠੀ ਕਰ ਲਈਏ, ਕੁੱਤੇ ਬਿੱਲੇ ਜਾਨਵਰ ਘੋੜੇ ਖੋਤੇ, ਇਹ ਜਿੰਨੇ ਵੀ ਸਾਧ ਜਨਮ ਇਕੱਠੇ ਕਰ ਲਈਏ, ਇਹਦਾ ਇੱਕ ਰਾਊਂਡ ਹੈ, ਇੱਕ ਸਰਕਲ ਹੈ, ਜਿਹੜਾ ਉਹ 70 ਕਰੋੜ ਸਾਲਾਂ ਦਾ ਬਣਦਾ। ਉਹ ਸਾਧ ਸੰਗਤ ਜੀ, ਜੇ ਸਾਡੇ ਹੱਥੋਂ ਇੱਕ ਵਾਰੀ ਇਹ ਮਨੁੱਖਾ ਜਨਮ ਨਿਕਲ ਗਿਆ, ਸਾਧ ਸੰਗਤ ਜੀ, ਫਿਰ ਜਦੋਂ 70 ਕਰੋੜ ਜੂਨੀਆਂ ਦੇ ਵਿੱਚ ਪੈ ਕੇ ਫਿਰ ਸਾਧ ਸੰਗਤ ਖਬਰੇ ਮਨੁੱਖਾ ਜਨਮ ਕਦੋਂ ਮਿਲੇ, ਕਦੋਂ ਮਿਲੇ ਕਦੋਂ ਨਾ ਮਿਲੇ। ਤੇ ਜੇ ਮਿਲ ਵੀ ਗਿਆ, ਹੋ ਸਕਦਾ ਸੀ ਜਨਮ ਤੋਂ ਅੰਨੇ ਹੀ ਹੋਈਏ। ਇੱਕ ਵਾਰੀ ਕਹਿ ਦਿਓ ਵੈਰੂ। ਕਿੰਨੇ ਲੋਕ ਨੇ ਜਿਹੜੇ ਜਨਮ ਤੋਂ ਅੰਨੇ ਨੇ। ਹੋ ਸਕਦਾ ਸੀ ਜਨਮ ਤੋਂ ਕੰਨਾਂ ਤੋਂ ਬਹਿਰੇ ਹੋਈਏ, ਬੋਲੇ ਹੋਈਏ, ਅਸੀਂ ਜ਼ਬਾਨ ਤੋਂ ਗੂੰਗੇ ਹੀ ਹੋਈਏ, ਅਸੀਂ ਅਪਾਹਜ ਹੀ ਹੋਈਏ, ਸਾਡੇ ਹੱਥ ਨਾ ਹੋਣ, ਸਾਡੇ ਪੈਰ ਨਾ ਹੋਣ। ਗੁਰੂ ਕੀ ਸੰਗਤ ਹੁਣ ਤਾਂ ਮਨੁੱਖਾ ਜਨਮ ਮਿਲਿਆ। ਇੱਕ ਵਾਰੀ ਕਹਿ ਦਿਓ ਵੈਰੂ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। 3.5 ਕਰੋੜ 33 ਕਰੋੜ ਇੰਦਰਾਪੁਰੀ ਦਾ ਦੇਵੀ ਦੇਵਤਾ, ਸਵਰਗਾਂ ਦੇ ਰਾਜੇ ਇੰਦਰ ਵਰਗੇ ਵੀ ਇਸ ਤਨ ਨੂੰ, ਮਨੁੱਖਾ ਜਨਮ ਨੂੰ ਲੋਚਦੇ ਨੇ ਕਿ ਸਾਨੂੰ ਵੀ ਮਨੁੱਖਾ ਜਨਮ ਮਿਲ ਜੇ, ਅਸੀਂ ਪਰਮੇਸ਼ਰ ਦਾ ਭਜਨ ਕਰ ਲਈਏ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸਵਰਗ ਲੋਕ ਦੇ ਵਿੱਚ ਸੁੱਖ ਤਾਂ ਹੈ ਨੇ, ਮਨ ਦੀ ਸ਼ਾਂਤੀ ਨਹੀਂ। ਉੱਥੇ ਜਾ ਕੇ ਵੀ ਡਿੱਗਣਾ ਪੈਂਦਾ, ਉੱਥੇ ਜਾ ਕੇ ਵੀ ਗਿਰਨਾ ਪੈਂਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹ ਵੀ ਚਾਹੁੰਦੇ ਨੇ ਜੇ ਮਨੁੱਖਾ ਜਨਮ ਸਾਨੂੰ ਮਿਲ ਜੇ, ਅਸੀਂ ਵੀ ਕੋਈ ਦੁਨੀਆ 'ਤੇ ਜਾ ਕੇ ਪਰਮੇਸ਼ਰ ਦਾ ਭਜਨ ਕਰ ਲਈਏ। ਇੱਕ ਕੋਈ ਪ੍ਰੇਮੀ ਸੀ, ਮਹਾਂਪੁਰਖਾਂ ਦੀ ਸੰਗਤ ਕਰਿਆ ਕਰਦਾ ਸੀ। ਧਨ ਦੀ ਕਮੀ ਨਹੀਂ, ਦੌਲਤਾਂ ਦੀ ਕਮੀ ਨਹੀਂ, ਪਰ ਸਾਧ ਸੰਗਤ ਜੀ, ਪਿਛਲੇ ਜਨਮ ਦੇ ਕਰਮਾਂ ਕਰਕੇ ਇਹਦੇ ਘਰੇ ਕੋਈ ਬੱਚਾ ਨਹੀਂ ਸੀ।
महात्मा नूं सच नाल जोड़दे ने। एक बारी कह दे वाहिगुरू, सच है। एक गल हुंदी झूठ, एक हुंदी सच। ये जिन्ना भी संसार है झूठ है। नौवें पातशाह ने तो कमाल करती, जग रचना सब झूठ है। पढ़िया करो, जग रचना सब झूठ है, जान लियो रे मीत, कहो नानक सिर नार है। जो बालू की भीत, बालू ना रेत नूं कहंदा जिवें रेत दीयां कंधां नहीं रहिंदियां, इवें गुरु की संगत इस संसार की रचना रहन वाली नहीं। आसा दी वार विच गुरु नानक साहब फरमाउंदे ने, कूड़ राजा कूड़ प्रजा कूड़ सब संसार। एक बादशाह है, चक्रवर्ती बादशाह तू बादशाह, वड्डा बादशाह भी है। और जो उन्हें जिंदगी च बड़े सुख गुरु की संगत माणे ने, शरीरक सुख, महल माड़ियां दे सुख। राजे दे कोल ते किसी चीज़ की कोई कमी नहीं, इन्ने सुख भोगण वाला राजा। पंजवें पातशाह फरमाउंदे ने, सगल सृष्ट को राजा दुखिया, हर का नाम जपत होए। मरण तो बाद जे वो फिर साध संगत जी नरक नूं चला गया। जिस दिन मर गया अखां बंद हो गईयां, ये जिन्ने उहदे सुख ने नाले खत्म हो जाने ने। एक बारी कह दे वाहिगुरू, वो नाले खत्म हो जाने। जिस दिन वो मर गया, मर के राह पै गया, साढ़े बड़े वडेरे चले गए। उन्हों दे फादर बिफोर फादर उन्हों तो अगे चले गए। वो साढ़े लिए तो सपना बन गए। एक बारी कह दे वाहिगुरू, साढ़े लिए एक सपना बन गए। और सानू प्यो के नां का पता, दादे का नां का पता, खिंच के किसी को परदादे के नां का पता होएगा। उदों पिछे कौन हो गया साढ़े वास्ते, तो वो एक सपना ही बन गया ना। पातशाह फरमाउंदे ने, जग जीवन ऐसा सपने, जैसा संसार एक सपने की तरह, सपने की तरह। पर इस सपने की जे समझ पै जाए, 10वें पातशाह कलगीधर पातशाह के चरणों के मेरे गुरुदेव के रूहानी दरबार लगे ने। सिख ने बेनती की, गरीब नवाज आप फरमाउंदे जग सपना है, मर कृपा करके दसो भी सपना तो झूठा होंदा। जे संसार सपना तो यह नज़र क्यों होंदा, ये दिखता क्यों है। मेरे पातशाह लगे कर प्रेमिया सपने च की देखदा। कहन लगा, महाराज जी सपने दे विच मैं बड़ा कुछ देखदा। सिख कहन लगा, एक बारी मैनू सपना आया, मैं सपने च राजा बन गया। मेरिया राणियां महाराणियां, मेरिया फौजां, जरनैल मंत्री, सपना है ना। एक बारी कह दे वाहिगुरू, मंत्री वजीर जरनैल टहलकर एहलकार, मेरा दरबार लगा। मेरे च खब्बे सज्जे राणियां महाराणियां बैठियां ने, वजीर मंत्री मेरे खब्बे सज्जे बैठे पासे बैठे ने। महाराज जी मार कहते तेन आनंद किन्ना आया? बड़ा आनंद आया जी, मैं बादशाह बन गया। मेरे गुरुदेव कहते जो अख खुली तो फिर की सी। एक बारी कह दे वाहिगुरू। कहने लगा भी अख खुली तो कुछ भी नहीं। मार कहते तू राजा बनया सी कित्थे गया? तेरियां राणियां महाराणियां सन जिहड़ियां कित्थे गईयां? गुरु की संगत तेरे वजीर मंत्री टहलकार एहलकार कित्थे गए? तदे फरीद जी ने कहा सी, फरीदा कित्थे तेंडे मापियां जिन्नी तू जनियो है। ये कहते जनियो, इत्थे लाता जनियो ओए। जनियो ओए जिवें आपां किसी नूं ओए कह के बुलाउने आ, उरा ओए। ये सत्कार का शब्द नहीं है।
पर कबीर जी बाबा फरीद जी ने दस्या, कहते किथे तेंडे मापिया जिन्नी तू जणियोए, तै पासों ओ लद गए तू अजे ना पतीणियोए। तेरे पासों चले गए तेनू जन्म देण वाले, ते तेनू अजे भी यकीन नहीं आता भी एक दिन तू भी चलिया जाना। एक बारी कह दे वैरू। महापुरुषों के चरणों में सेठ ने बेनती की, महाराज पुत्र की दात बख्शो। महात्मा चुप जे रहे। उन्हें आख्या बाबा जी मैं बेनती की है, अजकल तो जमाना बदल गया, दुकाना तो खरबूजे लै लो, हलवाने लै लो, ये कोई खाना नहीं है। कोई कह दो ये बेरुत्ते फल ने, पता नहीं किनिया कि मैडिसन ला ला के फ्रिजा दे इन्हों फ्रीजर के रखे ने, जां माफ़ करना गुरु की संगत। असल रुत तो यदी चेतर विसाख जां जेठ दे महीने दी है। कत्तक दे दिन सी। इन्हें फिर बेनती की, संत जी मैनू एक पुत्र चाहिए। गल चलती सी पी अज भी, पिछले सिख भी दुनिया ते आए। एक बारी कह दे बहन, दुनिया ते आए। भाई मनी सिंह दे 10 पुत्र, 10 दे 10 ही शहीद। भाई मनी सिंह दे 12, माफ करना 10 भरा, 10 दे 10 ही शहीद। 12 पुत्र, 12 दे 12 ही शहीद। पर क्यों शहीद? एक बारी कह दे बाहर। उन्होंने पता सी असी दुनिया तो चलिया जाना। उन्हें जिंदगी नहीं जी, जिंदगी जून वास्ते वो नहीं सन आए। वो दुनिया दे विच जिंदगी जीवन गुरु दे चरणों च लाउण वास्ते आए सन। एक बारी कह दे बाहर, गुरु दे चरणों में लाउण वास्ते आए सी। भाई तारू सिंह अपनी मां का इकलौता पुत सी। बाबा दीप सिंह भी इकलौता पुत सी। एक बारी कह दो वह, उन्होंने मन च गल वस गई सी कि दीन दयाल भरोसे तेरे सब परिवार चढ़ाया। बेड़े इस बेड़े को पार जात, माफ करना पार लंघावो। माफ करना गुरु की संग जात भावे तो हुक्म मनावे। इस बेड़े को पार लंघावे। सच्चे पातशाह मेरे इस परिवार का बेड़ा ये तू ही बने लाना। महेश के दरबार लगे ने आनंदपुर की धरती ते। एक बारी करोगे कृपा कह दो बहरू। एक बारी फिर कह दो बहरू। मुकरी गल की नमस्कार करने वाली संगतां की बहुत वड्डी लैन लगी है। ये एक बिरध माता इस लाइन दे विच खड़ी है। अखां दे विचों हंझू शम शम वरदे ने, वग रहे ने। माफ करना चेहरे तो उदासी है। मेरे पातशाह दे चरणों च अगे वध के नमस्कार की, मत्था टेकिया। मेरे पातशाह लगे कहन माई नूं, माता की गल है? बड़ी उदास नजर आ रही, अखां चों हंझू वग रहे ने। आख्या महाराज प्रवान किहड़े ने? सिंह धारना पढ़ रहा सी, हो गए प्रवान जी। जेड़े गुरु दे चरणों नाल जुड़ गए वो प्रवान हो गए, ते जेड़े गुरु दे चरणों नाल टुट गए वो खुआर हो गए। महाराज ने पूछा माता की गल है? चेहरे तो उदासी क्यों, अखां विच हंझू क्यों? बेनती की गरीब नवाज 5 पुत्र सन। आप जी की कृपा दे नाल गरीब नवाज 4 पुत धर्म दे वास्ते जूझ के शहीदियां पा गए। ਉਹਦੇ अपना जन्म सफला कर गए। वो जन्म लेखे च ला गए। शब्द पढ़िया भगत रविदास जी का कि
बहुत जन्म बिछरे थे माधो, ये जन्म तुम्हारे लिखे, ये जन्म तुम्हारे लेखे। समा लाउने असी दुनियादारी च भी समा लाउने हाँ, दुनिया के कम्मां कारां च भी समा लाउने हाँ, पर साध संगत जी वो जिंदगी रब दे घर च लेखे च नहीं पैनी। रब दे घर दे विच तां तुहाडी जिंदगी वो लेखे च पैनी जिहड़ी गुरु चरणों च बह के हुण समा लाउंदे पए। एक बारी कह दे वै माफ करना, वेयर द क्वेश्चन ऑफ मनी, वेयर द क्वेश्चन ऑफ कलैक्टिंग और कलैक्शन ऑफ मनी, जिथे पैसा पैदा करने का सवाल है। हर बंदा सोचता कि आई बिकेम ए रिचेस्ट एंड रिचेस्ट परसन ऑफ द वर्ल्ड, पर एक गल याद रखना कि जिहदे पिछे दुनिया दौड़ी फिरदी है ना, ये धन का तुहाडे अगे पिछे दौड़ेगा, अगे पिछे फिरेगा। एक बारी कह दे वै जे तुसीं नाम जपन लग गए, जे नाम जपन लग गए तुहाडे कोल कोई कमी नहीं रहेगी। पर नाम जप के दे देखो, मेरे पातशाह ने कहा माता की गल मार, 5 पुत सन 4 मैदान यंग च जूझ के शहीदियां पा गए तो अपना जन्म सफला कर गए, लेखे च ला गए। आख्या हुण क्यों रोंदी है? आख्या मर एक पुत बीमार पिया, बीमारी लमकदी जाती है, लड़कदी जाती है। गल इत्थों तक पहुंच गई कि लगता बच्चा कोई रोज का प्राहुणा है, कोई दिनां दा मेला है। मेरे पातशाह कहते माई तू क्यों रोनी है? मार कृपा करो मेरे बच्चे नूं दे रुखता बख्शो। मैं चाहती हाँ कि मेरा बच्चा राजी हो के ठीक हो के अपनी जिंदगी तुहाडे चरणों च ला के ते जंग च जूझ के ते शहीदी पा जाए, उसदा जन्म लेखे च आ जाए। जो प्रभ कीते अपने सेई कहिए धन, आख्या मारो उसदा जन्म लेखे च आ जाए, उसदा जन्म सफला हो जाए। मैं मां हाँ, उसदी मां अपने बच्चे नूं धर्म दे राह ते तोरदी है। वेयर द क्वेश्चन ऑफ मी, तो मैं चाहती मेरा बच्चा अपना जन्म लेखे च ला लवे, वो ठीक हो जाए। मेरे पातशाह ने आख्या माता हौसला रख, जदों तू घर जाएगी ना तो तेरा बच्चा घर का दरवाजा तेरा बच्चा ही खोलेगा। एक बारी कह दे वैरू, तो तेनू 9 बरनाओ ठीक ठाक मिलेगा। तो फिक्र ना कर, तेरा बच्चा भी जंग के मैदान शहीदी पावेगा, ਉਹਦਾ भी जन्म सफला हो जाएगा। इधरों सेठ ने बेनती की, महापुरखों संत जी एक पुत्र चाहिए। महापुरख गल सुन के चुप रहे। जदों चुप रहे, इन्हें फिर आख्या बाबा जी मैं एक बेनती की सी कि मैनू एक पुत्र चाहिए। धन की कमी नहीं, दौलतां की कमी नहीं, दुनिया च हर चीज़ है जिहड़ी वो जरूरत तो वाधू है, जिहदे पिछे दुनिया दौड़दी है। महापुरखों ने आख्या, पहला तो बड़ा समझाया, सेठ जी ये वस्तुआं सब चलियां जाण वालियां ने, ये रहण वालियां नहीं। तू साडा संगी है, तू साडा श्रद्धालु है, पर हौसला रख, भजन करया कर। संत जी बड़ी प्रबल इच्छा, बड़ी प्रबल मेरी वासना कि मेरे घरे पुत्र जन्म लवे। कत्तक दे दिन सिर महापुरखों ने आख्या, प्रेमियां जा कितों सेठा कितों खरबूजे का प्रबंध कर। जे खरबूजा मिल जाए तो तेरे घरे पुत्र हो सकता। संतां ने जुगती ना समझाउणा सी। मेरे पातशाह फरमाउंदे ने
ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਸਾਈ ਦੇਹੀ ਮਿਲਕੀ ਬੰਦਿਆ, ਜਿਹੜੀ ਦੇਹੀ ਨੂੰ ਲੋਚਦੇ। ਜਿਹੜੀ ਦੇਹੀ ਨੂੰ ਲੋਚਦੇ ਦੇਵਤੇ, ਸਾਈ ਦੇਹੀ ਮਿਲ ਗਈ ਹੈ ਬੰਦਿਆ, ਬੰਦਿਆ ਉਹ ਸਾਈ ਦੇਹੀ ਮਿਲ ਗਈ ਹੈ, ਜਿਹੜੀ ਦੇਹੀ ਨੂੰ ਦੇਵਤੇ, ਜਿਹੜੀ ਦੇਹੀ ਲੋਚਦੇ ਨੇ ਦੇਵਤੇ, ਸਾਈ ਦੇਹੀ ਮਿਲ ਗਈ ਹੈ ਬੰਦਿਆ, ਬੰਦਿਆ ਉਹ ਸਾਈ ਦੇਹੀ ਮਿਲ ਗਈ ਹੈ, ਜਿਹੜੀ ਦੇਹੀ ਨੂੰ ਗੁਰ ਕਿਰਪਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। जिस देही को सिमरह देव, सा देही भज हर की से। संतां ने आख्या भी एक खरबूजा लेके आई, तेरे पुत्र हो जाएगा, जरूर कृपा हो जाएगी तेरे ते। करोड़ापति शाहूकार सी, सेठ सी, खरबूजे ने तो मिल ही जाना, पर बिना रुत तो कभी फल नहीं मिलया करता। एक बारी कह दो वैरू आया, सारे नौकर इकट्ठे कर ले, कहना बई वेयर द क्वेश्चन ऑफ मनी, जिथे पैसे का सवाल है, यू डोंट वरी अबाउट एनी थिंग, एक खरबूजे का प्रबंध करो, खरबूजे का। ते जिन्ने मर्जी पैसे लग जान, पैसों का फिक्र ना करो। साध संगत जी नौकरां ने बड़ी कोशिश की, ट्राई की, भाल की, बे खरबूजा मिल जाए। एक दिन गुजर गया, 2 दिन गुजर गया, सेठ नूं आके आख्या, सेठ जी ये रुत ही नहीं है, खरबूजे कित्थों मिलने ने? खरबूजा मिलिया नहीं। मुकदी गल की, 2 दिन तो बाद तीसरे दिन फिर महापुरुषों के चरणों च गया। महात्मा नूं सच नाल जोड़ते हैं, सत नाल इनू जणाउंदे ने भी सच की है, झूठ की है। ये महात्मा के चरणों च गया, जाके नमस्कार की। सेठ लगे महात्मा पूछते, सेठ जी खरबूजा नहीं लैके आए? बेनती की सेठ जी, सेठ ने बेनती की, महापुरुषो रुत तो बिना फल नहीं मिलिया करता, कोशिश बड़ी की पर खरबूजा नहीं मिलिया, बड़ी कोशिश की, बड़ा यतन किया। संत लगे कहन तू इंज कर, अम के पहाड़ के उत्ते चला जा, उत्थे ना एक देवलोक दा माफ करना, उत्थे तेनों एक बंदा मिलेगा,
ਉਹਨੂੰ ਜਾ ਕੇ ਬੇਨਤੀ ਕਰੀ ਵੀ ਮੈਨੂੰ ਫਲਾਣੇ ਫਲਾਣੇ ਮਹਾਂਪੁਰਸ਼ਾਂ ਨੇ ਭੇਜਿਆ ਤੇ ਮੈਨੂੰ ਇੱਕ ਖਰਬੂਜਾ ਚਾਹੀਦਾ ਤੇ ਉਹ ਤੈਨੂੰ ਖਰਬੂਜਾ ਦੇ ਦੂਗਾ, ਇੱਕ ਵਾਰੀ ਜਾ। ਬੜਾ ਖੁਸ਼ ਹੋਇਆ, ਵਾਪਸ ਮੁੜਿਆ, ਇੱਧਰ ਉੱਧਰ ਤੁਰਿਆ ਫਿਰਦਾ ਉਸ ਪਹਾੜ ਦੇ ਉੱਤੇ, ਇੰਤਜ਼ਾਰ ਕਰਦਾ ਕੋਈ ਬੰਦਾ ਤੇ ਮੈਨੂੰ ਮਿਲਿਆ ਨਹੀਂ। ਮਹਾਂਪੁਰਖਾਂ ਨੇ ਕਿਹਾ ਸੀ ਕਿ ਉੱਥੇ ਬੰਦਾ ਮਿਲੇਗਾ, ਬੜਾ ਇੰਤਜ਼ਾਰ ਕੀਤਾ। ਇੰਨੇ ਚਿਰ ਨੂੰ ਆਕਾਸ਼ ਮਾਰਗ ਦੇ ਜ਼ਰੀਏ ਇੱਕ ਘੋੜੇ ਤੇ ਸਵਾਰ ਹੋ ਕੇ ਨਾ ਦੇਵਲੋਕ ਤੋਂ ਵਿੱਚੋਂ ਇੱਕ ਨਾ ਦੇਵਤਾ ਉਤਰਿਆ। ਦੇਵਤਾ ਜਦੋਂ ਉਹਨੇ ਦੇਵਤੇ ਨੇ ਇਹਨੂੰ ਵੇਖਿਆ, ਸੇਠ ਨੂੰ, ਕਹਿੰਦਾ ਧੰਨ ਮਨੁੱਖਾ ਜਨਮ, ਧੰਨ ਮਾਤ ਲੋਕ ਤੇ ਧੰਨ ਮਾਨਸ ਦੇਹੀ। ਉਹ ਸੁਣ ਕੇ ਬੜਾ ਹੈਰਾਨ ਹੋ ਗਿਆ। ਚਿੱਟੇ ਦੁੱਧ ਵਰਗੇ ਦੇ ਕੱਪੜੇ, ਔਰ ਮਾਫ ਕਰਨਾ ਗੁਰੂ ਕੀ ਸੰਗਤ ਵੇਖਣ ਤੋਂ ਇਹ ਬੜਾ, ਮਾਫ ਕਰਨਾ ਗੁਰੂ ਕੀ ਸੰਗਤ, ਸੀਤਲ ਸੁਭਾਅ ਮਹਿਸੂਸ ਹੁੰਦਾ। ਔਰ ਇਹ ਵੀ ਨਹੀਂ ਲੱਗਦਾ ਕਿ ਕੋਈ ਗਰੀਬ ਹੈ। ਤੇ ਮੁੱਕਦੀ ਗੱਲ ਕੀ ਹੈ, ਗੱਲਾਂ ਕਿੱਥੇ ਦੀ, ਵਡਿਆਈ ਕਿੱਥੇ ਦੀ ਕਰ ਰਿਹਾ। ਇਹਨੂੰ ਪੁੱਛਿਆ ਤੂੰ ਕੌਣ ਹੈ? ਸੇਠ ਨੇ ਪੁੱਛਿਆ ਤੁਸੀਂ ਕੌਣ ਹੋ? ਦੇਵਤੇ ਨੇ, ਜਿਹਨੇ ਆਖਿਆ ਵੀ ਧੰਨ ਮਾਤ ਲੋਕ ਧੰਨ ਮਨੁੱਖਾ ਜਨਮ। ਜਿਵੇਂ ਅਸੀਂ ਇੱਥੇ ਕਰਮ ਕਰਨੇ ਆ, ਇੱਥੇ ਕਰਮ ਕਰਨੇ ਆ, ਅਮਰੀਕਾ ਆਪਣੇ ਇੰਡੀਆ ਤੋਂ ਆਏ ਆ ਬੋਲਦੇ ਨਹੀਂ, ਇੰਡੀਆ ਛੱਡਿਆ ਇੱਥੇ ਆਏ ਆ, ਇੱਥੇ ਕਮਾਈਆਂ ਕੀਤੀਆਂ, ਪੈਸਾ ਇੱਥੇ ਦਾ ਕਮਾਇਆ, ਇੱਥੇ ਜੋਬਾਂ ਕੀਤੀਆਂ, ਇੱਥੇ ਦੇ ਪੈਸੇ ਨਾਲ ਅਸੀਂ ਮੁੱਕਦੀ ਗੱਲ ਕੀ ਬੜੇ ਸੁੱਖ ਪੈਦਾ ਕੀਤੇ। ਪਿੱਛੇ ਪੰਜਾਬ ਇੰਡੀਆ 'ਚ ਕਹਿ ਲਓ, ਉੱਥੇ ਵੀ ਕਈ ਸਿਆਣੇ ਬੰਦਿਆਂ ਨੇ ਆਪਣੇ ਚੰਗੇ ਚੰਗੇ ਬਿਜ਼ਨਸ ਸ਼ੁਰੂ ਕਰ ਲਏ, ਕਾਰੋਬਾਰ ਕਰ ਲਏ, ਕੋਠੀਆਂ ਬਣਾ ਲਈਆਂ, ਘਰ ਵੀ ਬਣਾ ਲਏ। ਕਈਆਂ ਨੂੰ ਨਲਵਾ ਪੈਂਦਾ ਜਿਨ੍ਹਾਂ ਨੇ ਆਪਣੇ ਬੜੇ ਬੜੇ ਬਿਜ਼ਨਸ ਵੀ ਬਣਾ ਲਏ। ਇਹ ਉਹਨਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਮਿਹਨਤ ਕੀਤੀ, ਕਿੰਨਾ ਕੁਝ ਕਮਾ ਲਿਆ। ਦੂਜੇ ਨੰਬਰ ਤੇ ਉਹ ਨੇ ਜਿਹੜੇ ਇੱਥੇ ਆ ਕੇ ਐਸ਼ੋ ਇਸ਼ਰਤ ਵਿੱਚ ਪੈ ਗਏ। ਕਿੰਨੇ ਮਾਂ ਬਾਪ ਰੋਂਦੇ ਨੇ ਪੰਜਾਬ ਦੇ ਵਿੱਚ। ਮੁੰਡਾ ਭੇਜਿਆ ਸੀ ਜੀ, ਇੰਗਲੈਂਡ ਭੇਜਿਆ ਸੀ, ਮੁੰਡਾ ਕਰਾਹੇ ਪੈ ਗਿਆ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜ਼ਮੀਨ ਵੇਚ ਕੇ ਮੁੰਡੇ ਨੂੰ ਭੇਜਿਆ ਸੀ, ਬੜੀ ਮਾਫ ਕਰਨਾ ਮਿਹਨਤ ਕਰਕੇ, ਬੱਚਾ ਕੁਰਾਏ ਪੈ ਗਿਆ, ਪੈਸਾ ਵੀ ਬਰਬਾਦ ਕਰ ਦਿੱਤਾ। ਮਾਂ ਬਾਪ ਵੀ ਵੱਖ ਦੁਖੀ ਹੁੰਦੇ ਨੇ। ਇਸ ਤਰ੍ਹਾਂ ਇੱਕ ਉਹ ਨੇ ਜਿਨ੍ਹਾਂ ਨੇ ਇੱਥੇ ਆ ਕੇ ਕਮਾਈ ਕੀਤੀ ਤੇ ਇੱਥੇ ਵੀ ਆਨੰਦ ਲੈਂਦੇ ਨੇ, ਤੇ ਆਪਣੇ ਇੰਡੀਆ ਦੇ ਵਿੱਚ ਵੀ ਆਨੰਦ ਲੈਂਦੇ ਨੇ, ਜਿੱਥੇ ਵੀ ਜਾਂਦੇ ਆਨੰਦ ਲੈਂਦੇ ਨੇ। ਦੂਜੇ ਜਿਨ੍ਹਾਂ ਨੇ ਇੱਥੇ ਆ ਕੇ ਕੁਝ ਨਹੀਂ ਕੀਤਾ, ਕੋਈ ਮਿਹਨਤ ਨਹੀਂ ਕੀਤੀ, ਉਹ ਇੱਥੇ ਵੀ ਰੋਂਦੇ ਨੇ ਤੇ ਪਿੱਛੇ ਤੋਂ ਉਹਨਾਂ ਬਣਾਉਣੇ ਕੀ ਹੈ। ਇੱਕ ਦ੍ਰਿਸ਼ਟਾਂਤ ਹੈ, ਅਸੀਂ ਮਾਤ ਲੋਕ ਦੇ ਉੱਤੇ ਆਏ ਹਾਂ, ਇੱਥੇ ਦਾ ਬੀਜਿਆ ਅਸੀਂ ਅੱਗੇ ਖਾਣਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਇੱਥੇ ਦਾ ਬੀਜਿਆ ਅਸੀਂ ਇੱਥੇ ਖਾਣਾ, ਅੱਗੇ ਖਾਣਾ ਅੱਗੇ। ਤੇ ਜਿਨ੍ਹਾਂ ਨੇ ਇੱਥੇ ਆ ਕੇ ਨਾਮ ਨਹੀਂ ਜਪਿਆ, ਭਜਨ ਨਹੀਂ ਕੀਤਾ, ਤੇ ਗੁਰੂ ਕੀ ਸੰਗਤ, ਉਹਨਾਂ ਨੇ ਆਪਣਾ ਮਨੁੱਖਾ ਜਨਮ ਜਿਹੜਾ ਸਵਾਸਾਂ ਰੂਪੀ ਧਨ ਹੈ, ਜਿਹਦਾ ਭਜਨ ਕਰਨਾ ਸੀ, ਸਿਮਰਨ ਕਰਨਾ ਸੀ, ਉਹ ਮਾੜੇ ਪਾਸੇ ਬਰਬਾਦ ਕਰ ਦਿੱਤਾ। ਮਾੜੇ ਪਾਸੇ ਬਰਬਾਦ ਕਰ ਦਿੱਤਾ। ਦੇਵਤੇ ਨੇ ਇਹਨੂੰ ਆਖਿਆ ਮੈਂ ਦੇਵਲੋਕ ਦਾ ਦੇਵਤਾ। ਪ੍ਰੇਮੀਆਂ, ਮੈਂ ਕੋਈ ਚੰਗਾ ਕਰਮ ਨਹੀਂ ਸੀ ਕੀਤਾ, ਜਰਾ ਧਿਆਨ ਦੇਣਾ ਪਵੇਗਾ। ਮੈਂ ਬੜਾ ਨਾਸਤਿਕ ਖਿਆਲਾਂ ਦਾ ਸਾਂ। ਮੁੱਕਰੀ ਗੱਲ ਕੀ ਕਹਿਣ ਲੱਗਾ, ਖਰਬੂਜਾ ਤੈਨੂੰ ਮਿਲ ਜਾਏਗਾ। ਹੁਣ ਜਿਹੜਾ ਤੂੰ ਮੈਨੂੰ ਸਵਾਲ ਕੀਤਾ ਕਿ ਤੂੰ ਦੇਵ ਲੋਕ ਦੇ ਵਿੱਚ ਰਹਿਣ ਵਾਲਾ ਦੇਵਤਾ,
ਵਡਿਆਈ ਕਰ ਰਿਹਾ ਮਾਤ ਲੋਕ ਦੀ, ਮੈਂ ਤੈਨੂੰ ਉਹਦਾ ਜਵਾਬ ਲੱਗਾ ਦੇਣ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਹਿਣ ਲੱਗਾ ਵੀ ਜੇਠ ਹਾੜ ਦੇ ਦਿਨ ਸਨ, ਜੱਟਾਂ ਦਾ ਜੱਟਾਂ ਦਾ ਖਰਬੂਜਿਆਂ ਦਾ ਵਾੜਾ ਸੀ। ਉਸ ਵਾੜੇ ਦੇ ਵਿੱਚੋਂ ਨਾ ਗਰੀਬਾਂ ਦੇ ਬੱਚਿਆਂ ਨੇ ਖਰਬੂਜੇ ਕੁਝ ਤੋੜ ਲੈ, ਤੇ ਜੱਟ ਸਨ ਜਿਹੜੇ ਆਪਣੀ ਫਸਲ ਤੇ ਪਿਆਰੀ ਹੁੰਦੀ, ਜੱਟ ਨਾ ਮੁੱਕਰੀ ਗੱਲ ਕੀ ਕਹਿੰਦਾ, ਉਹਨਾਂ ਬੱਚਿਆਂ ਦੀ ਮਾਰ ਕੁਟਾਈ ਕਰ ਰਿਹਾ ਸਨ। ਕਹਿੰਦਾ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਜੇ ਤੁਸੀਂ ਸੁਤੇ ਸਿੱਧ ਵੀ ਕੋਈ ਗੁਰੂ ਘਰ ਦੇ ਵਿੱਚ ਦਾਨ ਕਰ ਦਿੱਤਾ, ਸੁਤੇ ਸਿੱਧ ਵੀ ਤੁਹਾਡੇ ਮੂੰਹ ਵਿੱਚੋਂ ਨਿਕਲ ਗਿਆ ਨਾ ਵਾਹਿਗੁਰੂ, ਉਹ ਵਾਹਿਗੁਰੂ ਕਹਿਣ ਦਾ ਵੀ ਫਲ ਤੁਹਾਨੂੰ ਇਹਨਾਂ ਮਿਲੇਗਾ ਕਿ ਤੁਹਾਡਾ ਬੇੜਾ ਵੀ ਪਾਰ ਹੋ ਸਕਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸ਼ੰਕੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਇੱਕ ਬਾਰ ਜਿਨ ਤੁਮੈ ਸੰਵਾਰਾ, ਕਾਲ ਫਾਂਸ ਤੇ ਤਾਹੇ ਉਬਾਰਾ। ਕਹਿਣ ਲੱਗਾ ਮੈਨੂੰ ਉਹਨਾਂ ਗਰੀਬਾਂ ਦੇ ਬੱਚਿਆਂ ਤੇ ਬੜਾ ਤਰਸ ਆਇਆ। ਜ਼ਿਮੀਂਦਾਰ ਮਾਰ ਰਿਹਾ ਸੀ, ਕੁਟਾਈ ਕਰ ਰਿਹਾ ਸੀ। ਮੈਂ ਜੱਟ ਨੂੰ ਆਖਿਆ ਯਾਰ ਤੂੰ ਇਹਨੂੰ ਕੁੱਟਦਾ ਕਿਉਂ? ਕਹਿੰਦਾ ਮੇਰਾ ਨੁਕਸਾਨ ਕੀਤਾ, ਮੇਰੇ ਖਰਬੂਜੇ ਤੋੜੇ ਨੇ। ਕਹਿਣ ਲੱਗਾ ਯਾਰ ਖਰਬੂਜੇ ਤੋੜੇ ਨੇ, ਬੱਚੇ ਨੇ, ਨਿਆਣੇ ਨੇ, ਫਿਰ ਕੀ ਹੋ ਗਿਆ? ਕਹਿੰਦਾ ਮੈਂ ਦਾਨ ਪੁੰਨ ਨਹੀਂ ਸੀ ਕੀਤਾ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਪਰ ਕਹਿਣ ਲੱਗਾ ਵੀ ਮੈਨੂੰ ਉਸ ਜ਼ਿਮੀਂਦਾਰ ਨੇ ਆਖਿਆ ਵੱਡਾ ਸੇਠ ਬਣਿਆ ਫਿਰਦਾ, ਵੱਡਾ ਦਾਨੀ ਬਣਿਆ ਫਿਰਦਾ। ਜੇ ਬਹੁਤਾ ਵੱਡਾ ਦਾਨੀ ਹੈ ਨਾ ਤੇ ਆ ਖਰਬੂਜੇ ਮੈਥੋਂ ਮੁੱਲ ਲੈ ਕੇ ਨਾ ਵਾੜਾ ਤੇ ਇਹਨਾਂ ਗਰੀਬਾਂ 'ਚ ਵੰਡ ਦੇ। ਜਿਹੜਾ ਮਾਇਆਧਾਰੀ ਬੰਦਾ ਉਹ ਸ਼ੋਹਰਤ ਕਹਿੰਦੇ ਵਡਿਆਈ ਦਾ ਭੁੱਖਾ ਹੁੰਦਾ। ਕਹਿੰਦਾ ਮੈਨੂੰ ਜੱਟ ਦੀ ਗੱਲ ਖਾ ਗਈ ਤੇ ਮੈਂ ਲੱਗਾ ਕਹਿਣ ਬਈ ਜੜ ਦੇ ਪਾਸੋਂ ਦੋ ਕਨਾਲ ਖਰਬੂਜਿਆਂ ਦਾ ਵਾੜਾ ਲੈ ਕੇ ਨਾ ਤੇ ਗਰੀਬਾਂ ਦੇ ਬੱਚਿਆਂ 'ਚ ਵੰਡ ਦਿੱਤਾ। ਕਹਿੰਦਾ ਸਮੇਂ ਨੇ ਰੰਗ ਬਦਲਿਆ, ਮੇਰੀ ਸਤਵੇਂ ਨੂੰ ਮੌਤ ਹੋ ਗਈ। ਜਦੋਂ ਮੈਂ ਸਤਵੇਂ ਨੂੰ ਮੌਤ ਹੋ ਗਈ, ਮੈਨੂੰ ਧਰਮ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਗੁਰਬਾਣੀ ਕਹਿੰਦੀ ਹੈ ਪੁੰਨ ਪਾਪ ਜੋ ਬੀਜਦੇ, ਸਰ ਪੜੋ ਪੁੰਨ ਪਾਪ ਜੋ ਬੀਜਦੇ, ਤੇ ਸਭ ਧਰਮ ਰਾਏ ਕੇ ਜਾਹੀ। ਇੱਕ ਹੁੰਦੇ ਨੇ ਪਾਪੀ, ਇੱਕ ਹੁੰਦੇ ਨੇ ਪੁੰਨੀ। 6 ਕਿਸਮ ਦੀ ਮੁਕਤੀ ਮੰਨੀ ਹੈ। ਇੱਕ ਪਾਪੀਆਂ ਦੀ, ਜਿਨ੍ਹਾਂ ਦੇ ਬਾਰੇ ਮੇਰੇ ਪਾਤਸ਼ਾਹ ਫਰਮਾਉਂਦੇ ਨੇ ਮਰਨ ਤੋਂ ਬਾਅਦ ਉਹਨਾਂ ਸਿੱਧੇ ਨਰਕ 'ਚ ਜਾ ਪੈਣਾ। ਦੂਜੇ ਪੁੰਨੀ ਜਿਹੜੇ ਦਾਨ ਪੁੰਨ ਕਰਦੇ ਨੇ, ਸੱਚ ਬੋਲਦੇ ਨੇ, ਨਾਮ ਨਹੀਂ ਜਪਦੇ, ਭਜਨ ਨਹੀਂ ਕਰਦੇ, ਚੰਗੇ ਕਰਮ ਕਰਦੇ ਨੇ, ਇਹਨਾਂ ਨੂੰ ਸਵਰਗ ਲੋਕ ਦੇ ਵਿੱਚ ਜਾਣਾ ਪੈਂਦਾ। ਪਰ ਜਿੰਨਾ ਸਮਾਂ ਉਹ ਦਾਨ ਪੁੰਨ ਕੀਤੇ ਹੁੰਦੇ ਨੇ ਉਹਦਾ ਫਲ ਉੱਥੇ ਭੋਗਦੇ ਨੇ। ਤੀਜੇ ਨੰਬਰ 'ਤੇ ਮੁਕਤੀ ਹੈ ਜਿਹੜੀ, ਉਹ ਭਗਤਾਂ ਦੀ ਮੁਕਤੀ ਹੈ। ਚੌਥੇ ਨੰਬਰ 'ਤੇ ਮੁਕਤੀ ਬ੍ਰਹਮ ਗਿਆਨੀਆਂ ਦੀ ਮੁਕਤੀ ਹੈ। ਪੰਜਵੇਂ ਨੰਬਰ 'ਤੇ ਮੁਕਤੀ ਜਿਹੜੇ ਨਾਮ ਜਪਦੇ ਜਪਦੇ ਬ੍ਰਹਮ ਗਿਆਨੀ ਬਣ ਜਾਂਦੇ ਨੇ, ਉਹਨਾਂ ਦੀ ਵੀ ਮੁਕਤੀ ਹੈ। ਛੇਵੇਂ ਕਿਸਮ 'ਤੇ ਉਹ ਬੰਦੇ ਮੁਕਤ ਨੇ ਜਿਹੜੀਆਂ ਰੱਬੀ ਰੂਹਾਂ, ਜਿਹੜੀਆਂ ਰੱਬ ਤੋਂ ਬਖਸ਼ੀਆਂ ਰੂਹਾਂ ਸੰਸਾਰ ਦੇ ਭਲੇ ਵਾਸਤੇ ਆਉਂਦੀਆਂ ਨੇ, ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਕਿਹਾ ਜਨਮ ਮਰਨ ਦੂਹ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜਿਨ੍ਹਾਂ ਦਾ ਕਰਨਾ ਧਰਨਾ ਕੁਝ ਨਹੀਂ ਹੁੰਦਾ। ਜਿਵੇਂ ਬੱਚੇ ਕਲਾਸ 'ਚ ਬੱਚੇ ਵੀ ਜਾਂਦੇ ਨੇ, ਮਾਸਟਰ ਵੀ ਜਾਂਦਾ, ਬੱਚੇ ਪੜ੍ਹਨ ਵਾਸਤੇ ਜਾਂਦੇ ਨੇ, ਮਾਸਟਰ ਪੜ੍ਹਾਉਣ ਵਾਸਤੇ ਜਾਂਦਾ। ਪੇਪਰ ਬੱਚਿਆਂ ਨੇ ਦੇਣੇ, ਮਾਸਟਰ ਨੇ ਨਹੀਂ ਦੇਣੇ। ਹਸਪਤਾਲ ਵਿੱਚ ਡਾਕਟਰ ਵੀ ਜਾਂਦਾ, ਮਰੀਜ਼ ਵੀ ਜਾਂਦੇ ਨੇ।
ਡਾਕਟਰ ਮਰੀਜ਼ਾਂ ਦੀ ਟ੍ਰੀਟਮੈਂਟ ਕਰਨ ਵਾਸਤੇ ਜਾਂਦਾ, ਗੁਰੂ ਕੀ ਸੰਗਤ ਡਾਕਟਰ, ਜਿਹੜਾ ਡਾਕਟਰ ਉਹ ਮਰੀਜ਼ ਨਹੀਂ ਹੈਗਾ, ਉਹ ਦੂਜਿਆਂ ਨੂੰ ਸਾਥ ਦਵਾਈਆਂ ਦੇਣ ਵਾਸਤੇ ਜਾਂਦਾ। ਜਿਵੇਂ ਦੱਸਣਾ ਕੀਤਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮ ਕੀ ਫੰਦਾ। ਕਹਿਣ ਲੱਗਾ ਵੀ ਮੇਰੀ 7ਵੇਂ ਨੂੰ ਮੌਤ ਹੋ ਗਈ। ਧਰਮਰਾਜ ਦੇ ਸਾਹਮਣੇ ਮੈਨੂੰ ਪੇਸ਼ ਕੀਤਾ ਗਿਆ। ਕਹਿਣ ਲੱਗਾ ਵੀ ਧਰਮਰਾਜ ਨੇ ਕੜੀ ਕੜੀ ਕਾ ਲੇਖਾ ਲੈਵੈ, ਸਾਰੇ ਪੜੋ ਕੜੀ ਕੜੀ ਕਾ ਲੇਖਾ ਲੈਵੈ। ਇੱਕ ਇੱਕ ਸਾਹ ਦਾ ਸਾਡਾ ਕਿਤਾਬ ਹਿਸਾਬ ਕਿਤਾਬ ਹੋਣਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਹਿਣ ਲੱਗਾ ਵੀ ਜੇ ਹਿਸਾਬ ਕਿਤਾਬ ਧਰਮਰਾਜ ਨੇ ਵਾਚਿਆ, ਕਹਿੰਦਾ ਵੀ ਇਹਨੇ ਚੰਗਾ ਕਰਮ ਤੇ ਤੂੰ ਕੀਤਾ ਨਹੀਂ, ਪਰ ਸੇਠਾ ਥੋੜੇ ਦਿਨ ਮਰਨ ਤੋਂ ਪਹਿਲਾਂ ਨਾ ਤੂੰ ਖਰਬੂਜਿਆਂ ਦਾ ਵਾੜਾ ਮੁੱਲ ਲੈ ਕੇ ਤੇ ਗਰੀਬਾਂ ਦੇ ਬੱਚਿਆਂ 'ਚ ਦਾਨ ਕੀਤਾ ਸੀ। ਮੁੱਕਦੀ ਗੱਲ ਕੀ, ਸਾਧ ਸੰਗਤ ਕਹਿਣ ਲੱਗਾ ਵੀ ਉਹਦਾ ਫਲ ਮੈਨੂੰ ਇਹ ਮਿਲਿਆ ਕਿ ਜਿਹੜਾ ਦਾਨ ਪੁੰਨ ਵੀ ਵੱਧਦਾ ਤੇ ਪਾਪ ਵੀ ਵੱਧਦੇ ਨੇ। ਕਹਿੰਦਾ ਮੈਨੂੰ ਨਾ ਉੱਥੇ ਸਵਰਗ ਲੋਕ ਦੇ ਵਿੱਚ ਰੱਖਿਆ ਗਿਆ, ਮੇਰੀ ਸੇਵਾ ਦੇ ਵਿੱਚ ਦੇਵਲੋਕ ਦੀਆਂ ਪਰੀਆਂ ਹਾਜ਼ਰ ਕੀਤੀਆਂ ਗਈਆਂ, ਸੋਨੇ ਦਾ ਬਣਿਆ ਰਾਜ ਮਹਿਲ ਸੀ। ਕਹਿੰਦਾ ਖਰਬੂਜਾ ਤੇ ਤੈਨੂੰ ਮਿਲ ਜਾਏਗਾ, ਪਰ ਇੱਥੇ ਨਹੀਂ, ਚੱਲ ਤੈਨੂੰ ਮੈਂ ਸਵਰਗ ਲੋਕ 'ਚ ਖਰਬੂਜਾ ਮਿਲ ਸਕਦਾ ਤੇ ਮੈਂ ਤੈਨੂੰ ਤੇ ਛੱਡ ਵੀ ਜਾਵਾਂਗਾ। ਉਹ ਜਦੋਂ ਉਹਨੂੰ ਲੱਗਾ ਉੱਥੋਂ ਚੱਲਣ, ਕਹਿੰਦਾ ਮੇਰੇ ਘੋੜੇ ਦੇ ਮੇਰੇ ਪਿੱਛੇ ਬਹਿ ਜਾ ਘੋੜੇ ਦੇ। ਜਦੋਂ ਉਹ ਘੋੜੇ ਦੇ ਬੈਠੇ ਆ ਤੇ ਲੈ ਕੇ ਫਿਰ ਆਕਾਸ਼ ਮਾਰਗ ਦੇ ਜ਼ਰੀਏ ਜਦੋਂ ਉਹ ਸਵਰਗ ਲੋਕ ਨੂੰ ਜਾ ਰਿਹਾ ਤੇ ਰਸਤੇ 'ਚ ਫਿਰ ਵਾਰ-ਵਾਰ ਕਹੀ ਜਾਂਦਾ, ਉਹ ਧੰਨ ਮਨੁੱਖਾ ਜਨਮ ਧੰਨ, ਮਾਨਸ ਦੇਹੀ ਧੰਨ ਮਾਤ ਲੋਕ, ਜਿਹੜੀ ਤੇਹੀ ਨੂੰ ਲੋਚਦੇ ਨੇ ਦੇਵਤੇ, ਜਿਹੜੀ ਤੇਹੀ ਨੂੰ ਦੇਵਤੇ। ਤਾਈ ਦੇ ਮਿਲ ਗਈ ਹੈ ਬੰਦਿਆ ਬੰਦਿਆ, ਉਹ ਤਾਈ ਦੇ ਮਿਲ ਗਈ ਹੈ ਜਿਹੜੀ ਤੇਹੀ ਨੂੰ। ਜਦੋਂ ਸਵਰਗ ਲੋਕ ਦੇ ਵਿੱਚ ਪੁੱਜਿਆ, ਸੋਨੇ ਦਾ ਬਣਿਆ ਰਾਜ ਮਹਿਲ, ਸੁੱਖ ਦੀ ਕੋਈ ਕਮੀ ਨਹੀਂ। ਕਹਿਣ ਲੱਗਾ ਪ੍ਰੇਮੀਆਂ, ਖਰਬੂਜਿਆਂ ਦਾ ਵਾੜਾ ਮੈਨੂੰ ਜਿਹੜਾ ਦਾਨ ਕੀਤਾ ਸੀ ਮਿਲਿਆ, ਥੋੜੇ ਜਿਹੇ ਰਹਿ ਗਏ ਨੇ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਇਹ ਥੋੜੇ ਜਿਹੇ ਰਹਿ ਗਏ ਨੇ, ਜਿਸ ਦਿਨ ਇਹ ਮੁੱਕ ਗਿਆ, ਸਵੇਰੇ ਵੀ ਖਰਬੂਜੇ ਖਾਂਦਾ ਤੇ ਦੁਪਹਿਰੇ ਵੀ, ਰਾਤ ਨੂੰ ਵੀ ਖਰਬੂਜੇ ਖਾਂਦਾ। ਤਦੇ ਗੁਰੂ ਬਾਬੇ ਨੇ ਸਾਧ ਸੰਗਤ ਜੀ ਧਰਮ ਕਿਰਤ ਵਿਰਤ ਕਰ ਧਰਮ ਦੀ, ਸਾਰੇ ਪੜੋ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ। ਮਾਫ ਕਰਨਾ ਵੀ ਜੇ ਤੂੰ ਨਾਮ ਨਹੀਂ ਜਪੇਂਗਾ ਤੇ ਤੂੰ ਇਸ਼ਨਾਨ ਤੇ ਕਰ ਸਕਦਾ। ਕਹਿ ਦੇ ਵਾਹਿਗੁਰੂ। ਇਸ਼ਨਾਨ ਨਹੀਂ ਕਰ ਸਕਦਾ, ਕੁਝ ਦਾਨ ਤੇ ਕਰੇਂਗਾ। ਗੁਰਮੁਖ ਨਾਮ ਦਾਨ ਇਸ਼ਨਾਨ। ਉਹ ਲੱਗਾ ਕਹਿਣ ਬਈ ਇਹ ਹੁਣ ਮੁੱਕ ਜਾਣਾ ਥੋੜੇ ਦਿਨ ਨੂੰ, ਤੇ ਕਹਿੰਦਾ ਤੂੰ ਝੋਲੀ ਕਰ ਦੇ, ਜਿੰਨਾ ਤੈਨੂੰ ਖਰਬੂਜੇ ਚਾਹੀਦੇ ਨੇ ਉਹ ਲੈ ਲੈ। ਉਹ ਕਹਿੰਦਾ ਖਰਬੂਜੇ ਨਹੀਂ ਚਾਹੀਦੇ। ਉਹਨੇ ਸੇਠ ਨੂੰ, ਦੇਵਲੋਕ ਦੇ ਦੇਵਤੇ ਨੂੰ ਆਖਿਆ, ਅਗਰ ਦੇਖ ਮੇਰਾ ਵੀ ਤੇਰੀ ਤਰ੍ਹਾਂ ਪਰਿਵਾਰ ਸੀ, ਮੇਰੇ ਵੀ ਬੱਚੇ ਸਨ, ਮੈਂ ਕੋਈ ਨਾਮ ਨਹੀਂ ਜਪਿਆ, ਭਜਨ ਨਹੀਂ ਕੀਤਾ,
कहता ये तो दुनिया के बंधन दुनिया के रह जाने ने। इंज कर भी जेडे संतां पासों पुत्र की दात मंगी ना, एक मैं तेनों सलाह देना कि तू उन्हां पासों जाके ना माफ़ करना नाम की दात मंग लै। इन्हें कुछ खरबूजे तोड़ के दी झोली दे विच पाए, तो जदों उतों घोड़े ते सवार होके ना लगा उतरना, वो फिर जो लगा तुरना तो इनू पहाड़ के उत्ते छड्ड गया। तो ये जो वापस मुड़दा सेठ तो इनू वेख के ना वो देवलोक का देवता फिर कहंदा तेई नू नोचदे ने देवते जेड़ी तेही नू, तेई नू नोचदे ने देवते ताई दी जिंदगी है बंदिया बंदिया, ताई तेही जिंदगी है जेड़ी तेही नू। ये गल कही धन मात लोक धन मनुखा जन्म ते धन मानस देही। सिर दियां जेड़े कमीज दियां कन्नियां सन हथों खिसगियां खरबूजे खिंडर गए। महापुरखों के चरणों च पुज्या नमस्कार की संत लगे कहने प्रेमिया तेनू क्या जी खरबूजा लेके आई जी। खरबूजे तो मिलते सन पर महाराज मैनू हुण पुत्र नहीं चाहिए, जे मेरे तो तुठे हो ना तो मेरे तो नाम की कृपा कर दो। यह मनुखा जन्म जे बाणी पढ़ी कबीर जी कहते जिवें किसी दरख्त की टाहनी नालों टुटिया फल जां पत्ता मुड़ के दरख्त जां दी टाहनी जां डाली नाल नहीं लगता, इस तरह सज्जणों ये मनुखा जन्म एक वारी हथों निकल गया तो मुड़ के हथ च नहीं आना। महाराज फरमाउंदे ने जपजी साहिब करमी आवे कपड़ा नदरी मोख द्वार। इहड़ा साडा शरीर है ना ये सानू चंगे कर्मां करके मिलिया। एक बारी कह दो वैरू और चंगे कर्मां करके मिलिया तो ये आके जो तुसीं चंगे कर्म करते हैं तो फिर गुरु परमेश्वर की होंदी ये तो कृपा दृष्टि नज़र फिर यदी मुक्ति होंदी है। एक बारी कह दो वैरू करमी आवे कपड़ा नदरी मोख द्वार, नानक ए मैं जानिया सब आपे सचियार। इन्हें एक शब्द प्रवान करो, थोड़े शब्दों ही बहुते करके जानना। गड्डी भावें लोड़मंदी है, इहो जे समय ते चलना बड़ा औखा है सत्संग जी, पर फिर भी संगतां दा प्रेम देख के इंडिया च लोग कहते बाबा जी दर्शन ही दे जा करो। बेशक कीर्तन ना करो जे स्टेजां ते आके सानू दर्शन दे जा करो। बाबा स्टेजां भी नहीं सानू चंगियां लगदियां। मैं कहा चंगियां क्यों नहीं लगदियां? उत्थे गुरु ग्रंथ साहिब महाराज प्रकाश होंदे ने, महाराज दे दर्शन करया करो, बाणी सुनिया करो, बाणी पढ़िया करो, सत्संग इन्ने शब्द प्रवान करो, इन्ना इत्थे खर्चो, इन्ना खर्चो, जो मर्जी बना बना के खाओ। खालसा जी एक बारी कह दे वाहिगुरू जिन्ना तुसीं खर्चोगे तो उन्ना इत्थे वधेगा, जे तुसीं नहीं खर्चोगे तो सानू बड़ा दुख होएगा। एक बारी कह दे वाहिगुरू मार दी हजूरी च कह रहे हैं, जे तुसीं नहीं खर्चोगे तो सानू बड़ा दुख होएगा। जिन्ना तुसीं इत्थे ज़्यादा कोई पाबंदी नहीं, कोई किसी माई नू भाई नू कोई लंगर जान तो रोकदा? बोलते नहीं, वो बोलते क्यों नहीं? कोई लंगर से जान तो रोकदा?
कोई कहता लंगर 'च नहीं जाना, कोई कहता भी आ नहीं लेना, जिन्ना मर्जी खर्चो तो खावो, ये तो उन्ना ही वधना। इन्हें शब्द प्रवान संगत करे अरदास, तो कोशिश करांगे कि थोड़े समय बाद इत्थे दरबार साहब का काम शुरू कर दीए। आनंद लेना, आनंद लैके तुर जाना दुनिया ते रहना थोड़ा। आप एक बारी कह दे वाहगुरू, आप जाना दुनिया तू जाना, जाना आप लैके जाना। आप आ समा जिहड़ा संगत करदे हो, नाम जपदे हो, बाणी पढ़दे हो, सेवा करदे हो, आप ये लैके जाना। तो जे ये ना किया तो फिर तो आप गवा के ही जाना, गवा के ही जाना, गवा के ही जाना। तदे महापुरख बाबा नानक साहब पढ़िया करते सन, कहते लाह खट के घरां नूं चलीए, अगे जाके सुख पावांगे। हाँ जी, इत्थे नाम जपण वाला इत्थे भी सुखी, नाम जपण वाला अगे भी सुखी। लोक सुखीए परलोक सहेले, नानक हर प्रभ आपे मेले। अगला समा भाई मनी सिंह। साध संगत जी अरदास तो बाद आया करो। असल जो कीर्तन की समाप्ति की जाती है, दास दे दोवें पैर उस समय लत्तां कह लो सौ जांदियां ने, तो इस करके पहला उठना पैंदा, नहीं तो असी तां कीर्तन की समाप्ति तां की जिन्ने चਿਰ महाराज अपने हरमंदरां च नहीं चले जाते, असी तां महाराज नूं विदायगी दे के फिर जाया करते सां। हुण भी थोड़े समय की गल है, शरीर ठीक हो जाना गुरु की किरपा नाल। तो मैं तुहानूं बेनती करदा कि अरदास दे विच शामिल होया करो। हुक्मनामा सुन के महाराज के आसनां दे पहुँचा के फिर घरां नूं जाया करो। वाहिगुरू जी का खालसा, वाहिगुरू जी फतेह। मेरे को उत्थे थोड़ा 10-15-20 मिनट बैठन का मतलब सिर्फ इन्ना ही होंदा कि कईयां ने दुख सुख दियां करनियां होंदियां ने। मैं तो सासां तुहानूं इस तरह प्यार करदा, माफ़ करना जिवें कोई नौकर ना अपने मालक नूं प्यार करदा है। वाहिगुरू जी का खालसा, वाहिगुरू जी फतेह।